Hello dear students, I am Avtar Singh and today we will continue exercise 15.1 of probability. So अपने को 16th question given है 12 defective pens are accidentally mixed with 132 good ones. Okay, so अपने को ਦਿੱਤਾ ਹੋਇਆ ਇਹਨਾਂ ਨੇ 12 ਤਾਂ ਹੈਗੇ ਆ defective pens and 132 ਹੈਗੇ ਆ good pens. So total ਕਿੰਨੇ ਹੋ ਗਏ ਆਪਣੇ ਕੋਲੇ total ਹੋ ਗਏ 144. Okay, ਸੋ ਇਹ ਇਸ ਤਰੀਕੇ ਮਿਕਸ ਹੋਏ ਆ ਕਿ ਇਹਨਾਂ ਵਿੱਚੋਂ ਇਹ ਨਹੀਂ ਪਤਾ ਲੱਗਦਾ ਵੀ ਕਿਹੜਾ ਤਾਂ ਡਿਫੈਕਟਿਵ ਹੈ ਐਂਡ ਕਿਹੜਾ ਸਹੀ ਹੈ। ਤਾਂ ਆਪਾਂ ਨੂੰ ਇਹਨਾਂ ਨੇ ਕੁਐਸਚਨ ਪੁੱਛਿਆ 1 pen is taken out at random, determine the probability that the pen taken out is good one. ਸੋ ਆਪਾਂ good one ਦੀ ਪ੍ਰੋਬੇਬਿਲਿਟੀ ਦੱਸਣੀ ਆ ਵੀ ਇਹ ਜਿਹੜਾ ਪੈਨ ਆ ਇਹ ਸਹੀ ਹੈ। ਓਕੇ, ਸੋ ਆਪਾਂ ਪਹਿਲਾਂ ਲਿਖਦੇ ਹਾਂ ਨੰਬਰ ਆਫ good one pens, ਨੰਬਰ ਆਫ good pens ਕਿੰਨੇ ਆਪਣੇ ਕੋਲੇ ਇਹ ਹੈ ਆਪਣੇ ਕੋਲੇ 132 ਹੈ ਨਾ। ਗੁੱਡ ਪੈਨਸ 132 ਹੈ। ਓਕੇ, ਤਾਂ ਟੋਟਲ ਪੈਨਸ ਕਿੰਨੇ ਆਪਣੇ ਕੋਲੇ ਟੋਟਲ ਹੈਗੇ ਆਪਣੇ ਕੋਲੇ 144। ਸੋ ਪ੍ਰੋਬੇਬਿਲਿਟੀ ਆਫ ਗੁੱਡ ਵਨਸ ਕਿੰਨੀ ਆ ਜਾਏਗੀ ਪ੍ਰੋਬੇਬਿਲਿਟੀ ਆਫ ਗੁੱਡ ਵਨਸ ਸੋ ਇਹ ਆ ਜਾਏਗੀ ਆਪਣੇ ਕੋਲੇ ਫੇਵਰੇਬਲ ਆਊਟਕਮਸ ਅਪੋਨ ਟੋਟਲ ਆਊਟਕਮਸ। ਸੋ ਫੇਵਰੇਬਲ ਕਿੰਨੀ ਹੈ 132 ਐਂਡ ਟੋਟਲ ਕਿੰਨੀ ਹੈ 144। ਸੋ ਇਹਨਾਂ ਨੂੰ ਕੱਟ ਕੇ ਆਪਣਾ ਆਨਸਰ ਆ ਜਾਏਗਾ 11/12। ਇਹ ਆਪਣਾ ਰਿਕੁਆਇਰਡ ਆਨਸਰ ਹੈ। ਠੀਕ ਹੈ, ਐਂਡ ਨੈਕਸਟ ਆਪਣੇ ਕੋਲ 17th ਕੁਐਸਚਨ ਗਿਵਨ ਹੈ ਅ ਲੋਟ ਆਫ 20 ਬਲਬਸ ਕੰਟੇਨ 4 ਡਿਫੈਕਟਿਵ ਵਨਸ। ਹਾਂਜੀ, ਤਾਂ ਆਪਣੇ ਕੋਲ ਟੋਟਲ ਬਲਬਸ ਕਿੰਨੇ ਦਿੱਤੇ ਹੋਏ ਆ ਟੋਟਲ ਦਿੱਤੇ ਹੋਏ ਆ 20। ਡਿਫੈਕਟਿਵ ਕਿੰਨੇ ਹੈ ਡਿਫੈਕਟਿਵ ਬਲਬਸ ਹੈਗੇ ਆਪਣੇ ਕੋਲ 4। ਸੋ ਗੁੱਡ ਵਨਸ ਕਿੰਨੇ ਹੋਏ ਜਿਹੜੇ ਸਹੀ ਹੈ ਇਹ ਹੋ ਗਿਆ ਆਪਣੇ ਕੋਲ 20 - 4 16। ਹਾਂਜੀ, ਤਾਂ ਕੁਐਸਚਨ ਕੀ ਪੁੱਛਿਆ 1 ਬਲਬ ਇਜ਼ ਡਰਾਉਨ ਰੈਂਡਮ ਫਰੋਮ ਦਾ ਲੋਟ, ਵਾਟ ਇਜ਼ ਦਾ ਪ੍ਰੋਬੇਬਿਲਿਟੀ ਦੈਟ ਦਿਸ ਬਲਬ ਇਜ਼ ਡਿਫੈਕਟਿਵ। ਤਾਂ ਆਪਾਂ ਦੱਸਣਾ ਵੀ ਇਹ ਬਲਬ ਡਿਫੈਕਟਿਵ ਹੈ। ਤਾਂ ਆਪਣੇ ਕੋਲ ਫਾਰਮੂਲਾ ਕੀ ਹੁੰਦਾ ਸੀਗਾ ਫੇਵਰੇਬਲ ਅਪੋਨ ਟੋਟਲ। ਸੋ ਪ੍ਰੋਬੇਬਿਲਿਟੀ ਆਫ ਡਿਫੈਕਟਿਵ ਆਪਣੇ ਕੋਲ ਆ ਜਾਏਗੀ ਫੇਵਰੇਬਲ ਮੀਨਸ ਟੂ ਸੇ 4, ਡਿਫੈਕਟਿਵ ਆਪਣੇ ਕੋਲ ਕਿੰਨੇ ਆ 4 ਅਪੋਨ ਟੋਟਲ ਕਿੰਨੇ ਸੀਗੇ 20। ਸੋ ਇਹ ਆ ਜਾਏਗੀ ਆਪਣੇ ਕੋਲ 1/5। ਠੀਕ ਹੈ, ਇਹ ਆਪਣਾ ਰਿਕੁਆਇਰਡ ਆਨਸਰ ਹੋਏਗਾ ਫਸਟ ਪਾਰਟ ਦਾ। ਐਂਡ ਨਾਲ ਹੀ ਆਪਾਂ ਨੂੰ ਸੈਕਿੰਡ ਪਾਰਟ ਦਿੱਤਾ ਹੋਇਆ ਸਪੋਜ਼ ਦਾ ਬਲਬ ਡਰਾਉਨ ਇਨ 1 ਇਜ਼ ਨਾਟ ਡਿਫੈਕਟਿਵ। ਓਕੇ, ਮੀਨਸ ਟੂ ਸੇ ਗੁੱਡ ਬਲਬ ਵਿੱਚੋਂ ਇਹਨਾਂ ਦੇ ਰਿਮੂਵ ਹੋਇਆ। ਸੋ ਆਪਣੇ ਕੋਲੇ ਪਿਛਲੇ ਕੇਸ ਦੇ ਵਿੱਚ ਗੁੱਡ ਬਲਬਸ ਕਿੰਨੇ ਸੀ ਜਿਹੜੇ ਸਹੀ ਸੀਗੇ ਉਹ ਸੀਗੇ 20 - 4 16, ਬਟ ਹੁਣ ਕਿੰਨੇ ਰਹਿ ਜਾਣਗੇ 15। ਸੋ ਆਪਣੇ ਕੋਲੇ ਇੱਥੇ ਰਹਿ ਗਿਆ ਗੁੱਡ ਬਲਬਸ ਜਾਂ ਆਪਾਂ ਕਹਿ ਸਕਦੇ ਹਾਂ ਨਾਟ ਡਿਫੈਕਟਿਵ ਬਲਬਸ ਕਿੰਨੇ ਹੋ ਗਏ ਇਹ ਹੋ ਗਏ ਜੀ ਆਪਣੇ ਕੋਲੇ 15। ਓਕੇ, ਐਂਡ ਆਪਣੇ ਕੋਲੇ ਨੈਕਸਟ ਉਹਨਾਂ ਨੇ ਕਿਹਾ ਨਾਓ ਦਾ 1 ਬਲਬ ਇਜ਼ ਡਰਾਉਨ ਐਟ ਰੈਂਡਮ ਫਰੋਮ ਦਾ ਰੈਸਟ। ਸੋ ਹੁਣ ਆਪਣੇ ਕੋਲੇ ਰਿਮੇਨਿੰਗ ਬਲਬਸ ਕਿੰਨੇ ਰਹਿ ਗਏ ਰਿਮੇਨਿੰਗ ਇੱਕ ਤਾਂ ਵਿੱਚ ਉਹਨਾਂ ਦੇ ਡਰਾਉ ਨਹੀਂ ਕਰ ਲਿਆ ਆਪਾਂ ਫਸਟ ਕੁਐਸਚਨ ਦੇ ਵਿੱਚ। ਸੋ ਰਿਮੇਨਿੰਗ ਕਿੰਨੇ ਰਹਿ ਗਏ ਟੋਟਲ 20 ਸੀ, ਰਿਮੇਨਿੰਗ ਆਪਣੇ ਕੋਲੇ ਰਹਿ ਗਏ 19। ਸੋ ਹੁਣ ਆਪਾਂ ਪ੍ਰੋਬੇਬਿਲਿਟੀ ਦੱਸਣੀ ਹੈ ਦਾ ਬਲਬ ਇਜ਼ ਨਾਟ ਡਿਫੈਕਟਿਵ ਜਾਂ ਆਪਾਂ ਕਹਿ ਸਕਦੇ ਹਾਂ ਦਾ ਬਲਬ ਇਜ਼ ਗੁੱਡ ਬਲਬ। ਸੋ ਆਪਣੇ ਕੋਲ ਕਿੰਨੀ ਆ ਜਾਏਗੀ ਪ੍ਰੋਬੇਬਿਲਿਟੀ ਇਹ ਆ ਜਾਏਗੀ ਪ੍ਰੋਬੇਬਿਲਿਟੀ ਦੈਟ ਦਾ ਬਲਬ ਇਜ਼ ਨਾਟ ਡਿਫੈਕਟਿਵ। ਆਪਾਂ ਇੱਥੇ ਲਿਖ ਦਿੰਦੇ ਹਾਂ ਨਾਟ ਡਿਫੈਕਟਿਵ। ਓਕੇ, ਸੋ ਇਹ ਆ ਜਾਏਗੀ 15/19 ਬਿਕੋਜ਼ ਆਪਣੇ ਕੋਲ ਗੁੱਡ ਬਲਬਸ ਜਾਣੀ ਕਿ ਨਾਟ ਡਿਫੈਕਟਿਵ ਬਲਬਸ ਕਿੰਨੇ ਆ 15 ਐਂਡ ਆਪਣੇ ਕੋਲ ਟੋਟਲ ਬਲਬਸ ਹੈਗੇ ਆ ਹੁਣ 19। ਸੋ ਆਪਣੇ ਕੋਲ ਆ ਜਾਏਗਾ 15/19। ਇਹ ਆਪਣਾ ਰਿਕੁਆਇਰਡ ਆਨਸਰ ਆ। ਨੈਕਸਟ ਆਪਾਂ ਨੂੰ 18th ਕੁਐਸਚਨ ਗਿਵਨ ਆ ਅ ਬਾਕਸ ਕੰਟੇਨਸ 90 ਡਿਸਕਸ ਵਿਚ ਆਰ ਨੰਬਰਡ ਫਰੋਮ 1 to 90। ਇਫ 1 disk is drawn at the random from the box, what is the probability that it bears a 2-digit number। ਤਾਂ ਫਸਟ ਕੁਐਸਚਨ ਆਪਾਂ ਪਹਿਲਾਂ ਕਰਦੇ ਹਾਂ। ਇਹਨਾਂ ਨੇ ਕਿਹਾ ਅ 2-digit number। ਹਾਂਜੀ, ਤਾਂ ਆਪਣੇ ਕੋਲ ਟੋਟਲ ਨੰਬਰ ਕਿੰਨੇ ਆ ਫਸਟਲੀ ਆਪਾਂ ਇੱਥੇ ਲਿਖਦੇ ਹਾਂ ਟੋਟਲ ਨੰਬਰਸ ਆਪਣੇ ਕੋਲ ਹੈਗੇ ਆ 90। ਸੋ ਆਪਣੇ ਕੋਲ 2-digit ਨੰਬਰ ਕਿੰਨੇ ਆ ਜਾਣਗੇ 1 ਤੋਂ 90 ਦੇ ਵਿੱਚ 2-digit ਨੰਬਰ ਕਿੰਨੇ ਆ ਜਾਣਗੇ 2-digit ਨੰਬਰ। ਹੁਣ ਆਪਣੇ ਕੋਲ 1 ਤੋਂ ਲੈ ਕੇ 9 ਤੱਕ ਹੈ ਜਿਹੜੇ 1 digit ਆ, ਬਾਕੀ ਤਾਂ ਸਾਰੇ ਕੀ ਹੈ 2-digit ਹੀ ਹੈ। ਸੋ ਆਪਣੇ ਕੋਲ ਕਿੰਨੇ ਆ ਜਾਣਗੇ ਇਹ 81 ਹੀ ਆ ਜਾਣਗੇ ਨਾ ਬਿਕੋਜ਼ ਪਹਿਲਾਂ ਵਾਲੇ 9 ਆਪਾਂ ਕੱਢ ਦਿੰਦੇ ਹਾਂ। ਰਿਮੇਨਿੰਗ ਕਿੰਨੇ ਰਹਿ ਜਾਣਗੇ 81। ਇਹ ਸਾਰੇ ਦੇ ਸਾਰੇ 2-digit ਹੈ। ਸੋ ਜੇਕਰ ਆਪਾਂ ਇਸ ਦੀ ਪ੍ਰੋਬੇਬਿਲਿਟੀ ਕੱਢਣੀ ਹੋਵੇ ਪ੍ਰੋਬੇਬਿਲਿਟੀ ਆਫ 2-digit ਨੰਬਰ ਕਿੰਨੀ ਆ ਜਾਏਗੀ ਇਹ ਆ ਜਾਏਗੀ ਆਪਣੇ ਕੋਲੇ
81/90। सो ये अगे कट्टिया जाता, यस ये 9 ते ये जाएगा 10 ते, सो अपने को 9/10 फस्ट का आंसर आ जाएगा। ठीक है। एंड नैक्सट पार्ट अपन गिवन है फाइंड द प्रोबेबिलिटी दैट इट बीयर्स अ परफेक्ट स्क्वेयर नंबर। हाँ जी, तो फर्स्टली आप नोट कर लें 1 तो लैके 90 दे विच किन्ने अपने को परफेक्ट स्क्वेयर आउंदे आ। हाँ जी, तो अपने को फस्ट हैगा 1, उस तो बाद 4, फिर आ जाता 9, 9 तो बाद आ जाता 25 नहीं 16, 16 तो बाद 25, फिर उस तो बाद 36, फिर आ जाता 49, 49 तो बाद आ जाता 64, 64 तो बाद 81। सो ये अपने को टोटल किन्ने हो गए 1 2 3 4 5 6 7 8 एंड 9। हाँ जी, तो अपने को नंबर ऑफ परफेक्ट स्क्वेयर नंबरस किन्ने आ गए 9। ओके, तो अपने को टोटल किन्ने सीगे, टोटल अपने को सीगे इत्थे मैं लिख देना टोटल, टोटल सीगे अपने को 90। सो अपने को प्रोबेबिलिटी की आ जाएगी, प्रोबेबिलिटी ऑफ परफेक्ट स्क्वेयर नंबर, परफेक्ट स्क्वेयर ये आ जाएगी अपने को फेवरेबल आउटकम्स अपॉन टोटल। फेवरेबल कितनी है 9, टोटल कितनी है 90। सो ये आ जाएगा 9/90, दैट इज़ कट के अपने को आंसर आ जाएगा 1/10। ये अपना रिक्वायर्ड आंसर है। एंड अपने को थर्ड पार्ट गिवन है फाइंड द प्रोबेबिलिटी दैट इट बीयर्स अ नंबर दैट इज़ डिविजिबल बाय 5। हाँ जी, तो आप इत्थे लिख लें एक बार प्रोबेबिलिटी दैट द नंबर इज़ डिविजिबल बाय 5, डिविजिबल बाय 5। ओके, सो ये अपन पता है फेवरेबल आउटकम्स अपॉन टोटल, तो टोटल तो अपन पता कितनी हैगियां 90। सो आप टोटल दे विच 90 लिख दें। फेवरेबल आप गेन लें एक बार कितनी है। सो 1 तो लैके 90 के कितनियां टर्म्स इदां दियां जिहड़ियां 5 नाल डिविजिबल होंदियां, तो आप पहला नोट करते हैं। सो अपने को फस्ट टर्म तो हैगी है 5, उस तो बाद 10, फिर 15 20 25 30 35 40 45 50 55 60 65 70 75 80 85 एंड 90। सो ये सारिया टर्म्स आ जिहड़ियां अपनियां 5 नाल डिविजिबल आ। तो यह नंबर दे विच कितनी है, नंबर दे विच ये हैगियां 1 2 3 4 5 6 7 8 9 10 11 12 13 14 15 16 18। सो ये नंबर दे विच हैगियां 18। सो अपनी प्रोबेबिलिटी कितनी आ जाएगी फेवरेबल आउटकम्स यानी कि 18, ये कितनी अपने को 18 एंड टोटल कितनी सी 90। सो इन्हों कट के अपना आंसर आ जाएगा 1/5। ये थर्ड पार्ट का आंसर रहेगा। एंड अपन 19th क्वेश्चन गिवन अ चाइल्ड हैज़ अ डाई हुज 6 फेसिस शोज़ द लैटर्स गिवन बिलो। तो उसके 6 फेसिस आ, तो अपन टोटल नंबर ऑफ आउटकम्स का पता लग गया कितनी है, टोटल 6। ओके, A B C D E एंड फिर तो ए अपने को कितने बार आ रहा 2 बार। सो द डाई इज़ थ्रोन वंस, वट इज़ द प्रोबेबिलिटी ऑफ गैटिंग ए। सो आप फस्ट में जेकर आंसर करना हो तो अपन पता ए कितने बार आ रहा 2 बार। सो अपने को प्रोबेबिलिटी ऑफ गैटिंग ए कितनी आ जाएगी। सो ए कितने बार आ रहा फेवरेबल आउटकम्स 2 अपॉन टोटल है 6। सो यही आ जाएगी 1/3। एंड जेकर आप गल करिए सैकेंड पार्ट की जिहदे उन्होंने पूछा वट इज़ द प्रोबेबिलिटी ऑफ गैटिंग डी। सो डी अपने को इन्हों के कितने बार आ रहा 1 बार। सो प्रोबेबिलिटी ऑफ गैटिंग डी कितनी आ जाएगी, ये आ जाएगी 1/6 बिकॉज फेवरेबल आउटकम्स डी कितने बार आ रहा 1 बार, टोटल आउटकम्स 6। सो इसका आंसर रहेगा 1/6 एंड पहला वाले का 1/3। एंड अपन 20th क्वेश्चन दिता होया सपोज यू ड्रॉप अ डाई एट रैंडम ऑन अ रेक्टेंगुलर रीजन शोन इन गिवन फिगर, वट इज़ द प्रोबेबिलिटी दैट द इट विल लैंड द सर्कल विद डायमीटर 1 मीटर। हाँ जी, तो जो अपन अंदर दिता होया सर्कल दिता होया इसका डायमीटर कितना 1 मीटर। सो रेडियस कितना हो जाएगा अपने को, रेडियस ऑफ सर्कल हो जाएगा जी 1/2 मीटर। ठीक है। एंड जेकर आप एरिए की गल करिए सो एरिया कितना हो जाएगा,
एरिया ऑफ सर्कल हो जाएगा पाई आर स्क्वायर, पाई आर स्क्वायर। सो ये हो जाएगा पाई अपॉन 4, ठीक है। ओके, सो दूसरी साइड ਆਪਾਂ ਨੂੰ ਦਿੱਤਾ ਹੋਇਆ ਇਹਨਾਂ ਨੇ ਰੈਕਟੈਂਗਲ, ਰੈਕਟੈਂਗਲ ਦੀ ਲੈਂਥ ਦਿੱਤੀ ਹੋਈ ਹੈ 3 ਐਂਡ ਬ੍ਰੈਥ ਦਿੱਤੀ ਹੋਈ ਹੈ 2। ਸੋ ਇਸ ਦਾ ਏਰੀਆ ਕਿੰਨਾ ਹੋ ਜਾਏਗਾ ਰੈਕਟੈਂਗਲ ਦਾ? ਏਰੀਆ ਹੋ ਜਾਏਗਾ ਆਪਣੇ ਕੋਲੇ 3 × 2 ਲੈਂਥ ਇੰਟੂ ਬ੍ਰੈਥ ਹੁੰਦਾ ਨਾ, ਸੋ ਇਹ ਹੋ ਜਾਏਗਾ 6 ਮੀਟਰ ਸਕੁਅਰ। ਇਹ ਸੀਗਾ ਆਪਣੇ ਕੋਲੇ ਪਾਈ ਪੌਂਡ 4 ਮੀਟਰ ਸਕੁਅਰ, ਇਹ ਹੋ ਗਿਆ 6 ਮੀਟਰ ਸਕੁਅਰ। ਹਾਂਜੀ, ਤਾਂ ਹੁਣ ਇਸ ਨੇ ਇਸ ਦੇ ਵਿੱਚ ਲੈਂਡ ਕਰਨਾ, ਇਸ ਦੀ ਪ੍ਰੋਬੇਬਿਲਿਟੀ ਕਿੰਨੀ ਹੈ? ਸੋ ਆਪਣੇ ਕੋਲੇ ਟੋਟਲ ਹੈਗਾ 6 ਐਂਡ ਜਿਹੜਾ ਆਪਣੇ ਕੋਲੇ ਫੇਵਰੇਬਲ ਹੈ ਉਹ ਕਿੰਨਾ ਹੈਗਾ? ਪਾਈ ਪੌਂਡ 4। ਸੋ ਪ੍ਰੋਬੇਬਿਲਿਟੀ ਦੈਟ ਇਟ ਵਿਲ ਲੈਂਡ ਇਨਸਾਈਡ ਦਾ ਸਰਕਲ, ਆਪਾਂ ਇੱਥੇ ਲਿਖ ਦਿੰਦੇ ਹਾਂ ਇਨਸਾਈਡ ਦਾ ਸਰਕਲ। ਸੋ ਕਿੰਨੀ ਹੋ ਜਾਏਗੀ? ਫੇਵਰੇਬਲ ਦੈਟ ਮੀਨਸ ਪਾਈ ਪੌਂਡ 4 अपॉन टोटल कितना अपने को 6। सो ये हो जाएगी अपने को पाई अपॉन 24। ये अपना रिक्वायर्ड आंसर रहेगा, ठीक है। एंड अपने को 21st क्वेश्चन दिता हुआ अ लॉट कंसिस्ट ऑफ 144 बॉल पेन्स ऑफ विच 20 आर डिफेक्टिव। हाँ जी, तो पहला आप नोट कर लीए टोटल अपन किन्ने बॉल पेन्स दिते हुए आ 144, डिफेक्टिव किन्ने इन्हां दे विचों? डिफेक्टिव हैगे है 20। सो गुड वंस किन्ने रह गए? गुड रह गए अपने को 144 माइनस 20। सो किन्ने रह जाएंगे ये 124। ओके, सो ये तो आप गिवन चीज़ लिख ली। नूरी विल बाय पेन इफ इट इज़ गुड, तो वह बाय कदों करेगी जे पेन है जोड़ा वो गुड है। ओके, एंड नॉट बाय वैन इट इज़ डिफेक्टिव, तो वो नहीं खरीदेगी जेकर यह पेन डिफेक्टिव आ। ओके, द शॉपकीपर ड्रॉज 1 पेन एट द रैंडम एंड गिव इट्स टू हर, वट इज़ द प्रोबेबिलिटी दैट शी विल बाय इट। तो आप फर्स्ट क्वेश्चन नूं करते हैं जी, उसके बाय करन दी प्रोबेबिलिटी ऑफ बाइंग। ओके, सो हुण आप फिर एक बार स्टेटमेंट पढ़ते हैं, वो बाय कदों करूगी जो पेन गुड है। नूरी विल बाय इट वैन द पेन इज़ गुड। सो आप गुड की प्रोबेबिलिटी लिख दीए। सो अपने को गुड वंस किन्ने सी 124 अपॉन टोटल किन्ने सी अपने को 144। सो इन्हों कट के अपना आंसर आ जाएगा दोनों 31 अपॉन 36। ओके, ये अपने को फर्स्ट का आंसर रहेगा। एंड सैकेंड क्वेश्चन उन्होंने अपन पूछा फाइंड द प्रोबेबिलिटी दैट शी विल नॉट बाय इट। तो अपने याद होना आप स्टार्टिंग दे विच एक क्वेश्चन किया सीगा जिस विच आपां कीता सी इवेंट के अक्कर होने की प्रोबेबिलिटी प्लस इवेंट के अक्कर ना होने की प्रोबेबिलिटी किस दे इक्वल लैंदे हुंदे सी आपां 1 दे इक्वल, याद है ना। सो हुण आपां नूं पता लग गया प्रोबेबिलिटी ऑफ बाइंग दैट मीनस प्रोबेबिलिटी ऑफ इवेंट अक्कर होने की। सो कितनी है 31 अपॉन 36। सो अपने को प्रोबेबिलिटी ऑफ नॉट बाइंग कितनी आ जाएगी? नॉट बाय आ जाएगी 1 माइनस 31 अपॉन 36। सो ये अपने को एलसीएम लेके आ जाएगा 36 माइनस 31 कितना हो जाएगा 5 अपॉन 36। सो यही अपना रिक्वायर्ड आंसर रहेगा। एंड जहाँ आप इसनों दूसरे तरीके भी कर सकते सी, जिवें आपां नूं दिता होया इन्हां ने, एक बार आप इसनों इरेज कर दिंदे हैं। ओके, सो आपां नूं दिता होया शी विल नॉट बाय इट एंड वो कदों नहीं खरीदेगी वैन पेन इज़ डिफेक्टिव, जो पेन डिफेक्टिव मिलेगा। सो डिफेक्टिव पेन्स किन्ने आ आपां प्रोबेबिलिटी कढ़ दिंदे आ। प्रोबेबिलिटी ऑफ नॉट बाइंग अपने को आ जाएगी डिफेक्टिव पेन्स किन्ने अपने को 20। ओके, अपॉन टोटल पेन्स किन्ने सीगे 144। सो इसनों अपने को कटिंग करके भी आंसर उन्ना ही आएगा 5 अपॉन 36। सो दोनों तरीके सही है, भावें इस तरीके कर दो, भावें जो आप पिछे किया इवेंट के अक्कर होने की प्रोबेबिलिटी प्लस इवेंट के अक्कर ना होने की प्रोबेबिलिटी इज इक्वल्स टू 1, भावें उस तरीके कर दो, भावें इस तरीके। सो नैक्सट अपने को 23rd क्वेश्चन गिवन अ गेम कंसिस्ट ऑफ टॉसिंग अ 1 रुपी कॉइन 3 टाइम्स। ओके, एंड नोटिंग इट्स आउटकम ईच टाइम हनीफ विन्स इफ ऑल द टॉसिस गिव सेम रिजल्ट 3 हेड्स। हाँ जी, तो इन्होंने कहा भी 1 रुपीज़ के कॉइन नूं 3 बार टॉस किया जाता, जिहड़ा हनीफ है वो गेम नूं जितदा है जेकर सेम रिजल्ट आता 3 बार, भी जां 3 बार हैड आता जां 3 बार टेल आता, अदरवाइज वो हार जाता। सो आप प्रोबेबिलिटी कैलकुलेट करनी है
ਹਨੀਫ ਵਿਲ ਲੂਜ਼ ਦਾ ਗੇਮ। ਸੋ ਉਸਦੇ ਹਾਰਨ ਦੀ ਪ੍ਰੋਬੇਬਿਲਿਟੀ ਆਪਾਂ ਕੈਲਕੂਲੇਟ ਕਰਨੀ ਹੈ। ਸੋ ਆਪਾਂ ਟੋਟਲ ਆਊਟਕਮਸ ਲਿਖ ਲੈਂਦੇ ਹਾਂ। ਜਾਂ ਤਾਂ ਹੋ ਸਕਦਾ ਵੀ ਤਿੰਨੋਂ ਵਾਰ ਹੈਡ ਆ ਜੇ, ਓਕੇ, ਐਂਡ ਜਾਂ ਹੋ ਸਕਦਾ ਵੀ ਤਿੰਨੋਂ ਵਾਰ ਟੇਲ ਆ ਜੇ। ਆਪਾਂ ਟੋਟਲ ਪੋਸੀਬਲ ਆਊਟਕਮਸ ਲਿਖ ਲੈਂਦੇ ਹਾਂ। ਜਾਂ ਹੋ ਸਕਦਾ ਫਸਟ 2 ਟਾਈਮਸ ਤਾਂ ਆਵੇ ਆਪਣੇ ਕੋਲ ਹੈਡ ਐਂਡ ਥਰਡ ਟਾਈਮ ਟੇਲ ਆ ਜੇ। ਜਾਂ ਇਹ ਵੀ ਹੋ ਸਕਦਾ ਫਸਟ ਵਾਰ ਹੈਡ, ਦੂਸਰੀ ਵਾਰ ਟੇਲ, ਤੀਸਰੀ ਵਾਰ ਫਿਰ ਹੈਡ। ਜਾਂ ਇਹ ਹੋ ਸਕਦਾ ਵੀ ਫਸਟ ਟਾਈਮ ਤਾਂ ਆ ਜੇ ਟੇਲ, ਦੂਸਰੇ ਦੋਨਾਂ ਵਾਰ ਹੈਡ ਹੈਡ। ਜਾਂ ਇਹ ਵੀ ਹੋ ਸਕਦਾ ਵੀ ਪਹਿਲੇ 2 ਵਾਰ ਟੇਲ ਆ ਜੇ, ਤੀਸਰੀ ਵਾਰ ਹੈਡ ਆ ਜੇ। ਜਾਂ ਇਹ ਹੋ ਸਕਦਾ ਪਹਿਲੀ ਵਾਰ ਟੇਲ, ਦੂਸਰੀ ਵਾਰ ਹੈਡ, ਤੀਸਰੀ ਵਾਰ ਫਿਰ ਟੇਲ। ਜਾਂ ਇਹ ਵੀ ਹੋ ਸਕਦਾ ਪਹਿਲੀ ਵਾਰ ਹੈਡ, ਲਾਸਟ 2 ਟਾਈਮਸ ਕੀ ਆਵੇ ਟੇਲ। ਸੋ ਆਪਣੇ ਕੋਲ ਟੋਟਲ ਨੰਬਰ ਆਫ ਆਊਟਕਮਸ ਕਿੰਨੀਆਂ ਹੋ ਜਾਣਗੀਆਂ 1 2 3 4 5 6 7 8। ਸੋ ਇਹ ਆਪਣੇ ਕੋਲ ਹੋ ਗਈਆਂ 8। ਓਕੇ, ਸੋ ਹੁਣ ਆਪਾਂ ਨੂੰ ਟੋਟਲ ਆਊਟਕਮਸ ਪਤਾ ਲੱਗ ਗਿਆ ਕਿੰਨੀਆਂ ਆਪਣੀਆਂ 8। ਸੋ ਉਸਦੇ ਵਿਨ ਹੋਣ ਦੀ ਜੇਕਰ ਆਪਾਂ ਕੱਢੀਏ ਪ੍ਰੋਬੇਬਿਲਿਟੀ ਦੈਟ ਹੀ ਵਿਨਸ। ਸੋ ਤੁਸੀਂ ਆਪ ਹੀ ਦੇਖੋ, ਹੁਣ ਜਾਂ ਤਾਂ ਉਹਨਾਂ ਨੇ ਆਖਿਆ ਸੀ ਤਿੰਨੋਂ ਵਾਰ ਕੀ ਆਵੇ ਹੈਡ, ਜਾਂ ਤਿੰਨੋਂ ਵਾਰ ਕੀ ਆਵੇ ਟੇਲ। ਸੋ ਉਸਦੇ ਵਿਨ ਹੋਣ ਦੀ ਪ੍ਰੋਬੇਬਿਲਿਟੀ ਕਿੰਨੀ ਹੈ 2/8। ਫੇਵਰੇਬਲ ਆਊਟਕਮਸ 2 ਹੀ ਹੈ ਨਾ, ਜਾਂ ਤਾਂ ਆਹ ਕੇਸ ਜਾਂ ਆਹ ਵਾਲਾ ਕੇਸ। ਸੋ ਟੋਟਲ ਕਿੰਨੀਆਂ ਸੀ 8। ਸੋ ਇਹ ਆ ਜਾਏਗੀ ਆਪਣੇ ਕੋਲੇ ਕੱਟ ਕੇ 1/4। ਬਟ ਆਪਾਂ ਕੱਢਣਾ ਕੀ ਸੀ ਹਨੀਫ ਵਿਲ ਲੂਜ਼ ਦਾ ਗੇਮ। ਸੋ ਉਸਦੇ ਹਾਰਨ ਦੀ ਪ੍ਰੋਬੇਬਿਲਿਟੀ ਕੱਢਣੀ ਸੀ। ਸੋ ਬਿਲਕੁਲ ਸੇਮ ਜੋ ਆਪਾਂ ਪਹਿਲਾਂ ਕਰਦੇ ਆਏ ਹਾਂ, ਪ੍ਰੋਬੇਬਿਲਿਟੀ ਆਫ ਈਵੈਂਟ ਦੇ ਅਕਰ ਹੋਣ ਦੀ ਪਲੱਸ ਪ੍ਰੋਬੇਬਿਲਿਟੀ ਦੈਟ ਈਵੈਂਟ ਅਕਰ ਨਹੀਂ ਹੋ ਰਿਹਾ, ਕਿਸ ਦੇ ਇਕੁਅਲ ਹੁੰਦੀ ਸੀ 1 ਦੇ। ਸੋ ਸਿਮਿਲਰਲੀ ਇੱਥੇ ਵੀ ਆਪਾਂ ਉਵੇਂ ਕਰਾਂਗੇ, ਪ੍ਰੋਬੇਬਿਲਿਟੀ ਆਫ ਵਿਨ ਪਲੱਸ ਪ੍ਰੋਬੇਬਿਲਿਟੀ ਆਫ ਨਾਟ ਵਿਨ, ਜਾਂ ਆਪਾਂ ਕਹਿ ਸਕਦੇ ਹਾਂ ਹਾਰਨ ਦੀ। ਸੋ ਕਿਸ ਦੇ ਇਕੁਅਲ ਆ 1 ਦੇ। ਐਂਡ ਇਹ ਆਪਣੇ ਕੋਲ ਆ ਜਾਏਗਾ ਪ੍ਰੋਬੇਬਿਲਿਟੀ ਆਫ ਨਾਟ ਵਿਨ, ਜਾਂ ਆਪਾਂ ਕਹਿ ਸਕਦੇ ਹਾਂ ਲੂਜ਼ ਕਰਨ ਦੀ 1 ਮਾਈਨਸ ਪ੍ਰੋਬੇਬਿਲਿਟੀ ਆਫ ਵਿਨਿੰਗ। ਸੋ ਪ੍ਰੋਬੇਬਿਲਿਟੀ ਆਫ ਵਿਨਿੰਗ ਕਿੰਨੀ ਸੀ 1/4। ਸੋ ਇੱਥੇ ਆਪਾਂ ਲਿਖ ਦਿਆਂਗੇ 1/4। ਸੋ ਆਪਣਾ ਆਨਸਰ ਕਿੰਨਾ ਆ ਜਾਏਗਾ 4 - 1/4। ਸੋ 3/4 ਇਜ਼ ਆਵਰ ਰਿਕੁਆਇਰਡ ਆਨਸਰ। ਠੀਕ ਹੈ, ਇਸ ਨੂੰ ਸੋਲਵ ਕਰ ਲਾਂਗੇ ਜਦੋਂ ਆਪਾਂ ਆਪਣਾ ਆਨਸਰ ਆ ਜਾਏਗਾ 3/4। ਐਂਡ 24th ਕੁਐਸਚਨ ਆਪਾਂ ਨੂੰ ਦਿੱਤਾ ਹੋਇਆ ਅ ਡਾਈ ਇਜ਼ ਥਰੋਨ ਟਵਾਈਸ, ਵਾਟ ਇਜ਼ ਦਾ ਪ੍ਰੋਬੇਬਿਲਿਟੀ ਦੈਟ 5 ਵਿਲ ਨਾਟ ਕਮ ਅਪ ਆਈਦਰ ਟਾਈਮ। ਇੱਕ ਵਾਰ ਵੀ 5 ਉੱਪਰ ਨਾ ਆਵੇ। ਐਂਡ ਦੂਸਰਾ ਕੁਐਸਚਨ ਹੈ 5 ਵਿਲ ਕਮ ਅਪ ਐਟ ਲੀਸਟ ਵੰਸ, ਵੀ ਘੱਟੋ ਘੱਟ ਇੱਕ ਵਾਰ ਤਾਂ 5 ਉੱਪਰ ਆਵੇ ਹੀ ਆਵੇ। ਓਕੇ, ਸੋ ਫਸਟਲੀ ਆਪਾਂ ਸੈਕਿੰਡ ਕੁਐਸਚਨ ਟਰਾਈ ਕਰਾਂਗੇ, ਫਿਰ ਉਸ ਤੋਂ ਬਾਅਦ ਫਸਟ ਪਾਰਟ ਕਰਾਂਗੇ। ਐਂਡ ਇੱਕ ਚੀਜ਼ ਹੋਰ ਆਪਾਂ ਨੂੰ ਹਿੰਟ ਵੀ ਦਿੱਤਾ ਹੋਇਆ ਵੀ ਭਾਵੇਂ ਤਾਂ ਆਪਾਂ ਇੱਕ ਡਾਈਸ ਨੂੰ 2 ਵਾਰ ਥਰੋ ਕਰ ਲਈਏ, ਭਾਵੇਂ ਇੱਕੋ ਟਾਈਮ 2 ਡਾਈਸ ਨੂੰ ਥਰੋ ਕਰ ਲਈਏ, ਇਹਨਾਂ ਦੀ ਟੋਟਲ ਪ੍ਰੋਬੇਬਿਲਿਟੀਜ਼ ਆਪਣੇ ਕੋਲੇ ਸੇਮ ਹੀ ਹੁੰਦੀਆਂ। ਐਂਡ ਟੋਟਲ ਹੁੰਦੀਆਂ ਕਿੰਨੀਆਂ, ਇਹ ਹੁੰਦੀਆਂ ਜੀ 36। ਠੀਕ ਹੈ, ਟੋਟਲ ਆਊਟਕਮਸ ਕਿੰਨੀਆਂ ਰਹਿਣਗੀਆਂ 36। ਓਕੇ, ਸੋ ਹੁਣ ਆਪਾਂ ਸਟਾਰਟ ਕਰਦੇ ਹਾਂ ਸੈਕਿੰਡ ਪਾਰਟ ਤੋਂ। ਜੇ ਆਪਾਂ 5 ਦੇ ਫੇਵਰੇਬਲ ਆਊਟਕਮਸ ਕੱਢੀਏ ਵੀ 5 ਆ ਸਕਦਾ, 5 ਫੇਵਰੇਬਲ ਆਊਟਕਮਸ। ਹਾਂਜੀ, ਤਾਂ ਹੁਣ ਦੇਖੋ ਹੋ ਸਕਦਾ ਜਿਹੜਾ ਆਪਣਾ ਫਸਟ ਡਾਈ ਆ ਆਹ ਵਾਲਾ, ਇਹਦੇ ਵਿੱਚ 1 ਆ ਗਿਆ ਹੋਵੇ ਐਂਡ ਦੂਸਰੇ 'ਚ 5 ਆ ਗਿਆ ਹੋਵੇ। ਠੀਕ ਹੈ, ਹੋ ਸਕਦਾ ਇਸ ਦੇ ਵਿੱਚ 2 ਆ ਗਿਆ ਹੋਵੇ, ਇਸ 'ਚ 5 ਆ ਗਿਆ ਹੋਵੇ। 3 ਤੇ 5 ਵੀ ਆ ਸਕਦੇ ਆ, 4 ਤੇ 5 ਵੀ ਆ ਸਕਦੇ ਆ, 5 ਤੇ 5 ਵੀ ਆ ਸਕਦੇ ਆ, 6 ਤੇ 5 ਵੀ ਆ ਸਕਦੇ ਆ, ਹੈ ਨਾ। ਇਹ ਵੀ ਆ ਸਕਦਾ ਵੀ ਜੇਕਰ ਆਪਾਂ ਆਖੀਏ ਇੱਥੇ ਆਪਣੇ ਕੋਲੇ 5 ਆ ਜੇ ਐਂਡ ਇੱਥੇ 1 ਆ ਜੇ। ਠੀਕ ਹੈ, ਇਹ ਵੀ ਹੋ ਸਕਦਾ ਇੱਥੇ 5 ਆ ਜੇ, ਇੱਥੇ ਆਪਣੇ ਕੋਲੇ 2 ਆ ਜੇ, ਇੱਥੇ 5 ਆ ਜੇ, ਅਗਲੇ ਦੇ ਵਿੱਚ 3 ਆ ਜੇ, ਇੱਥੇ 5, ਇੱਥੇ 4, ਫਿਰ 5 ਤੇ 5 ਤਾਂ ਆਪਾਂ ਲੈ ਹੀ ਲਿਆ ਸੀ। ਹੁਣ ਫਸਟ ਦੇ ਵਿੱਚ 5 ਆ ਜੇ ਐਂਡ ਅਗਲੇ ਦੇ ਵਿੱਚ 6 ਆ ਜੇ। ਸੋ ਆਪਣੇ ਕੋਲੇ ਟੋਟਲ ਪ੍ਰੋਬੇਬਿਲਿਟੀਜ਼ ਦੇਖੋ ਕਿੰਨੀਆਂ ਹੋ ਗਈਆਂ, ਇੱਕ ਵਾਰ ਆਪਾਂ ਗਿਣ ਲਈਏ। ਸੋ ਇਹ ਹੋ ਗਈਆਂ 1 2 3 4 5 6 7 8 9 10 ਐਂਡ 11। ਸੋ ਆਪਣੇ ਕੋਲੇ ਇਹ ਹੋ ਗਿਆ ਨੰਬਰ ਜੀ 11। ਠੀਕ ਹੈ, ਸੋ ਸੈਕਿੰਡ ਦਾ ਆਨਸਰ ਕਿੰਨਾ ਆ ਜਾਏਗਾ 11/36। ਸੋ ਇਹ ਆਪਣਾ ਰਿਕੁਆਇਰਡ ਆਨਸਰ ਰਹੇਗਾ। ਐਂਡ ਜੇਕਰ ਆਪਾਂ ਉੱਪਰਲੇ ਦਾ ਆਨਸਰ ਕਰਨਾ ਹੋਵੇ ਬਿਲਕੁਲ ਸੇਮ ਜੋ ਆਪਾਂ ਪਹਿਲਾਂ ਕਰਦੇ ਆਏ ਹਾਂ, ਪ੍ਰੋਬੇਬਿਲਿਟੀ ਆਫ ਈਵੈਂਟ ਦੇ ਅਕਰ ਹੋਣ ਦੀ ਪਲੱਸ ਪ੍ਰੋਬੇਬਿਲਿਟੀ ਈਵੈਂਟ ਦੇ ਅਕਰ ਨਾ ਹੋਣ ਦੀ ਇਜ਼ ਇਕੁਅਲਸ ਟੂ 1 ਹੁੰਦੀ ਹੈ। ਹਾਂਜੀ, ਤਾਂ ਪ੍ਰੋਬੇਬਿਲਿਟੀ ਆਫ ਈਵੈਂਟ ਦੇ ਅਕਰ ਹੋਣ ਦੀ ਕਿੰਨੀ ਹੈ ਆਪਣੇ ਕੋਲੇ 11/36। ਸੋ ਆਪਾਂ ਲਿਖ ਦਿੰਦੇ ਹਾਂ ਪ੍ਰੋਬੇਬਿਲਿਟੀ ਆਫ
नॉट 5 अपने को आ जाएगी 1 माइनस 11/36। सो अपने को आंसर आ जाएगा 36 माइनस 11/36। सो कितना आ जाएगा 25/36। ये अपना रिक्वायर्ड आंसर है। एंड अपन 25th क्वेश्चन लास्ट क्वेश्चन गिवन है विच ऑफ द फॉलोइंग आर्गूमेंट्स आर करैक्ट एंड विच आर नॉट करैक्ट। ओके सो फर्स्ट क्वेश्चन अपन दिता होया इफ 2 coins आर टॉस्ड साइमल्टेनियसली देयर आर 3 पॉसीबल आउटकम्स। ਜਾਂ ਤਾਂ 2 ਹੈਡ ਆ ਸਕਦੇ ਆ ਜਾਂ 2 ਟੇਲਸ ਆ ਸਕਦੇ ਆ ਜਾਂ ਦੋਨਾਂ ਦੇ ਵਿੱਚੋਂ ਇੱਕ। ਸੋ ਆਪਣੇ ਕੋਲੇ ਪੋਸੀਬਲ ਆਊਟਕਮਸ ਕੀ ਹੋ ਗਈਆਂ, ਜਾਂ ਤਾਂ ਦੋਨੋਂ ਆ ਗਏ ਹੋਣ ਹੈਡ, ਪਹਿਲੇ ਤੇ ਵੀ ਹੈਡ ਦੂਸਰੇ ਤੇ ਵੀ ਹੈਡ, ਜਾਂ ਦੋਨੋਂ ਟੇਲ। ਠੀਕ ਹੈ, ਜਾਂ ਆਪਣੇ ਕੋਲ ਹੋ ਸਕਦਾ ਪਹਿਲੇ ਤੇ ਹੈਡ ਦੂਸਰੇ ਤੇ ਟੇਲ, ਜਾਂ ਹੋ ਸਕਦਾ ਪਹਿਲੇ ਤੇ ਟੇਲ ਐਂਡ ਅਗਲੇ ਤੇ ਹੈਡ। ਸੋ ਟੋਟਲ ਆਊਟਕਮਸ ਆਪਣੇ ਕੋਲ ਕਿੰਨੀਆਂ ਹੋ ਗਈਆਂ 4। ਠੀਕ ਹੈ, ਸੋ ਆਪਾਂ ਕੱਢਣਾ ਕੀ ਹੈ। ਸੋ ਜੇਕਰ ਆਪਾਂ ਕੱਢੀਏ ਪ੍ਰੋਬੇਬਿਲਿਟੀ ਆਫ ਗੈਟਿੰਗ ਹੈਡ ਦੋਨਾਂ ਤੇ ਹੈਡ ਆਉਣ ਦੀ ਪ੍ਰੋਬੇਬਿਲਿਟੀ ਕਿੰਨੀ ਹੋਗੀ 1/4। ਠੀਕ ਹੈ, ਇੱਕ ਵਾਰ ਹੀ ਆ ਰਿਹਾ। ਸੋ ਟੋਟਲ ਆਊਟਕਮਸ 4 ਹੈ। ਐਂਡ ਜੇਕਰ ਆਪਾਂ ਕੱਢੀਏ ਪ੍ਰੋਬੇਬਿਲਿਟੀ ਆਫ ਗੈਟਿੰਗ ਦੋਨਾਂ ਤੇ ਟੇਲ, ਸੋ ਕਿੰਨੀ ਆ ਜਾਏਗੀ 1/4। ਐਂਡ ਜੇਕਰ ਆਪਾਂ ਕੱਢਣੀ ਹੋਵੇ ਪ੍ਰੋਬੇਬਿਲਿਟੀ ਆਫ ਗੈਟਿੰਗ ਹੈਡ ਟੇਲ ਜਾਂ ਟੇਲ ਹੈਡ, ਸੋ ਇਹ ਕਿੰਨੀ ਆ ਜਾਏਗੀ ਆਪਣੇ ਕੋਲੇ ਫੇਵਰੇਬਲ ਆਊਟਕਮਸ ਕਿੰਨੀ ਆਪਣੇ ਕੋਲੇ 2। ਠੀਕ ਹੈ, ਸੋ ਇਹ ਆ ਜਾਏਗੀ 2/4। ਸੋ ਆਂਸਰ ਆ ਜਾਏਗਾ ਆਪਣੇ ਕੋਲੇ 1/2। ਹਾਂਜੀ, ਬਟ ਇਹਨਾਂ ਨੇ ਆਪਾਂ ਨੂੰ ਪੁੱਛਿਆ ਕੀ ਸੀਗਾ ਦੇਅਰਫੋਰ ਫॉर ਈਚ ਆਫ ਥੀਸ ਆਊਟਕਮਸ ਦਾ ਪ੍ਰੋਬੇਬਿਲਿਟੀ ਇਜ਼ 1/3। ਉਹਨਾਂ ਨੇ ਕਿਹਾ ਸੀ ਕਿ ਪ੍ਰੋਬੇਬਿਲਿਟੀ 1/3 ਆਏਗੀ, ਬਟ ਆਪਣੀ ਪ੍ਰੋਬੇਬਿਲਿਟੀ ਕਿੰਨੀ ਆਈ ਹੈ, ਇੱਕ ਆਪਣੇ ਕੋਲ ਆਈ ਹੈ 1/4, ਫਿਰ 1/4 ਐਂਡ ਇੱਕ ਆਈ ਹੈ 1/2। ਸੋ ਫਸਟ ਆਪਣੇ ਕੋਲ ਕੀ ਹੋ ਗਈ ਸਟੇਟਮੈਂਟ ਇਨਕੋਰੈਕਟ। ਠੀਕ ਹੈ, ਐਂਡ ਨੈਕਸਟ ਪਾਰਟ ਆਪਾਂ ਨੂੰ ਗਿਵਨ ਹੈ ਹਾਂਜੀ ਇਫ ਅ ਡਾਈ ਇਜ਼ ਥਰੋਨ ਦੇਅਰ ਆਰ 2 ਪੋਸੀਬਲ ਆਊਟਕਮਸ ਐਂਡ ਔਡ ਨੰਬਰ ਔਰ ਐਨ ਈਵਨ ਨੰਬਰ। ਹਾਂਜੀ, ਇਹ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਜਦੋਂ ਆਪਾਂ ਡਾਈ ਨੂੰ ਥਰੋ ਕਰਦੇ ਹਾਂ 6 ਤੱਕ ਉਹਦੇ ਫੇਸਿਸ ਹੁੰਦੇ ਆ, ਜਾਂ ਤਾਂ ਔਡ ਆ ਸਕਦਾ ਜਾਂ ਈਵਨ। ਦੇਅਰਫੋਰ ਦਾ ਪ੍ਰੋਬੇਬਿਲਿਟੀ ਆਫ ਗੈਟਿੰਗ ਔਡ ਨੰਬਰ ਇਜ਼ ਹਾਫ। ਤਾਂ ਇਹ ਆਪਾਂ ਕੈਲਕੂਲੇਟ ਕਰ ਲੈਂਦੇ ਹਾਂ। ਫਸਟਲੀ ਆਪਾਂ ਟੋਟਲ ਆਊਟਕਮਸ ਲਿਖ ਲੈਂਦੇ ਹਾਂ, ਜਾਂ ਤਾਂ ਆਪਣੇ ਕੋਲ 1 ਆ ਸਕਦਾ ਹੈ ਜਾਂ 2 ਆ ਸਕਦਾ ਹੈ, 3 ਆ ਸਕਦਾ ਹੈ, 4 ਆ ਸਕਦਾ ਹੈ, ਜਾਂ 5 ਜਾਂ 6। ਹੁਣ ਆਪਾਂ ਕੱਢਣਾ ਕੀ ਸੀਗਾ ਪ੍ਰੋਬੇਬਿਲਿਟੀ ਆਫ ਗੈਟਿੰਗ ਔਡ ਨੰਬਰ। ਸੋ ਫਸਟਲੀ ਆਪਾਂ ਔਡ ਨੰਬਰਸ ਲਿਖ ਲਈਏ। ਔਡ ਨੰਬਰਸ ਕਿੰਨੇ ਆ ਆਪਣੇ ਕੋਲੇ, ਔਡ ਨੰਬਰਸ ਹੈਗੇ ਆ ਜੀ ਨੰਬਰ ਆਫ ਔਡ ਨੰਬਰਸ। ਠੀਕ ਹੈ, ਨੰਬਰ ਆਫ ਔਡ ਨੰਬਰਸ। ਸੋ ਇੱਕ ਤਾਂ ਆਪਣੇ ਕੋਲੇ ਹੈਗਾ ਔਡ ਨੰਬਰ 1। ਠੀਕ ਹੈ, ਇਹ ਵਾਲਾ ਇੱਕ ਹੈਗਾ 3, ਇੱਕ ਹੈਗਾ 5। ਸੋ ਟੋਟਲ ਇਹਨਾਂ ਦੇ ਨੰਬਰ ਕਿੰਨੇ ਆ 3। ਐਂਡ ਜੇਕਰ ਆਪਾਂ ਪ੍ਰੋਬੇਬਿਲਿਟੀ ਕੱਢਣੀ ਹੋਵੇ ਪ੍ਰੋਬੇਬਿਲਿਟੀ ਆਫ ਗੈਟਿੰਗ ਔਡ ਨੰਬਰ, ਇਹ ਕਿੰਨੀ ਆ ਜਾਏਗੀ ਫੇਵਰੇਬਲ ਆਊਟਕਮਸ 3/, ਟੋਟਲ ਆਊਟਕਮਸ, ਯਾਨੀ ਕਿ ਟੋਟਲ ਕਿੰਨੀ ਆ ਆਪਣੇ ਕੋਲੇ 6। ਸੋ ਇਹ ਆ ਜਾਏਗੀ ਆਪਣੇ ਕੋਲੇ ਹਾਫ। ਐਂਡ ਇਹਨਾਂ ਨੇ ਕਿਹਾ ਕੀ ਸੀਗਾ ਦੇਅਰਫੋਰ ਦਾ ਪ੍ਰੋਬੇਬਿਲਿਟੀ ਆਫ ਗੈਟਿੰਗ ਔਡ ਨੰਬਰ ਇਜ਼ ਹਾਫ। ਸੋ ਇਹ ਸਟੇਟਮੈਂਟ ਬਿਲਕੁਲ ਕਰੈਕਟ ਹੈ ਬਿਕੋਜ਼ ਆਪਣਾ ਆਂਸਰ ਕਿੰਨਾ ਆਇਆ ਹਾਫ। ਐਂਡ 22nd ਕੁਐਸਚਨ ਨੂੰ ਛੱਡ ਕੇ ਆਪਣੀ ਇਹ ਸਾਰੀ ਐਕਸਰਸਾਈਜ਼ ਕੰਪਲੀਟ ਹੋ ਚੁੱਕੀ ਹੈ। ਜੋ ਵੀ ਤੁਹਾਡਾ ਕੋਈ ਡਾਊਟ ਹੋਇਆ ਉਹ ਤੁਸੀਂ ਮੈਨੂੰ ਆਪਣਾ WhatsApp ਕਰ ਦਿਓ। ਸੋ ਗੁੱਡ ਬਾਏ ਸਟੂਡੈਂਟਸ, ਹੈਵ ਅ ਨਾਈਸ ਡੇ।